ਅੱਜ ਦੇ ਦਿਨ ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋਏ ਹੈ ਤੇ ਕੈਪਟਨ ਸਰਕਾਰ ਜਦੋਂ ਸੱਤਾ 'ਚ ਆਈ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ। ਕੈਪਟਨ ਸਰਕਾਰ ਦੇ 4 ਸਾਲ ਕਿਸ ਤਰ੍ਹਾਂ ਦੇ ਰਹੇ ਇੱਕ ਮੁੱਖ ਮੰਤਰੀ ਦਾ ਅਹੁਦਾਦਾਰ ਹੀ ਸਮਝ ਸਕਦਾ, ਕਿਉਂਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਸਮਝਣ ਵਾਸਤੇ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਜ਼ਰੂਰਤ ਪੈਂਦੀ ਹੈ। ਇਸ ਵਕਤ ਸਾਡੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੀ ਹੋਣਗੇ, ਦੱਸਣਗੇ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ 4 ਸਾਲਾਂ ਦੇ ਕਿਸ ਤਰ੍ਹਾਂ ਦੇਖਦੇ, ਇੱਕ ਮੁੱਖ ਮੰਤਰੀ ਦੇ ਤੌਰ ਤੇ ਕਿਸ ਤਰ੍ਹਾਂ ਦਾ ਕਾਰਜਕਾਲ ਰਿਹਾ, ਸਭ ਕੁਝ ਕਿਵੇਂ ਦੀ ਕਾਰਗੁਜ਼ਾਰੀ ਰਹੀ, ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਪੂਰੇ ਹੋਏ, ਸਾਰੀ ਚੀਜ਼ਾਂ ਜਾਣਾਂਗੇ। ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਕਿਵੇਂ ਦੇਖਦੇ ਹੋ ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋਏ ਆ, ਕਾਰਜਕਾਲ ਕਿਸ ਤਰ੍ਹਾਂ ਰਿਹਾ? ਦੇਖੋ, ਮੈਂ ਤਕਰੀਬਨ ਸਰਕਾਰ ਦੇ ਵਿੱਚ 1982 ਤੋਂ ਰਹੀ ਹਾਂ। ਇਲੈਕਸ਼ਨ ਤਾਂ ਪਹਿਲਾਂ ਲੜਦੀ ਰਹੀ ਹਾਂ, ਲੇਕਿਨ ਉਦੋਂ ਤੋਂ ਲੈ ਕੇ ਮੈਂ ਸਾਰੀਆਂ ਸਰਕਾਰਾਂ ਦੇਖੀਆਂ, ਆਪਣੀ ਪਾਰਟੀ ਦੀਆਂ ਵੀ ਦੇਖੀਆਂ, ਵਿਰੋਧੀ ਪਾਰਟੀਆਂ ਦੀਆਂ ਵੀ ਦੇਖੀਆਂ। ਜਦੋਂ ਤੱਕ ਤੁਸੀਂ ਅੱਜ 4 ਸਾਲ ਕਹਿ ਰਹੇ ਹੋ, ਜਦੋਂ ਮੈਂ ਨਜ਼ਰ ਉਹਨਾਂ ਪਾਰਟੀਆਂ ਦੇ 4 ਸਾਲਾਂ ਦੀ ਜਿਹੜੀਆਂ ਸਾਡੀਆਂ ਮੁੱਖ ਵਿਰੋਧੀ ਪਾਰਟੀਆਂ ਰਹੀਆਂ ਉਹਨਾਂ ਦੇ 4 ਸਾਲਾਂ ਦੀ ਕਰਦੀਆਂ ਨਜ਼ਰਸ਼ਾਨੀ ਤੇ ਆਪਣਿਆਂ ਦੀ ਕਰਦੀਆਂ 4 ਸਾਲ ਦੀ, ਮੈਂ ਸਮਝਦੀ ਹਾਂ ਕਿ ਸਾਡੀ ਇਸ ਕਰਕੇ ਨਹੀਂ ਕਿ ਮੈਂ ਕਾਂਗਰਸੀ ਹਾਂ, ਮੈਂ ਕਾਂਗਰਸ ਕਰਕੇ ਹੀ ਤਾਰੀਫ ਕਰ ਰਹੀ ਹਾਂ, ਲੇਕਿਨ ਔਨ ਮੈਰਿਟ ਮੈਂ ਵੀ ਕਹੂੰ, ਸਾਰਿਆਂ ਨੂੰ ਵੀ ਕਹੂੰਗੀ ਕਿ ਤੁਸੀਂ ਸਿਰਫ ਪੋਲੀਟੀਕਲ ਐਂਗਲ ਤੋਂ ਨਾ ਸੋਚੋ। ਤੁਸੀਂ 4 ਸਾਲਾਂ ਦੀ ਕਾਰਗੁਜ਼ਾਰੀ ਸਾਰੀਆਂ ਦੀ ਸਾਹਮਣੇ ਕੱਢ ਕੇ ਰੱਖ ਲਓ ਪਾਰਟੀਆਂ ਦੀ। ਉਸ ਦੇ ਮੁਤਾਬਕ ਮੇਰੀ ਨਜ਼ਰ ਦੇ ਵਿੱਚ ਕਿ ਬਹੁਤ ਔਖਿਆਂ ਸਮਿਆਂ 'ਚ ਸਾਨੂੰ ਇਹ 4 ਸਾਲ ਮਿਲੇ, ਜਿਹੜੀ ਟਰਮ ਮਿਲੀ ਹੈ 5 ਸਾਲ ਦੀ, ਸਾਨੂੰ ਇਹ 4 ਸਾਲ ਅਸੀਂ ਔਖਿਆਂ ਸਮਿਆਂ ਦੇ ਵਿੱਚ, ਜਿੱਥੇ ਕਿ ਆਰਥਿਕ ਪਰੇਸ਼ਾਨੀਆਂ, ਜਿੱਥੇ ਕਈ ਤਰ੍ਹਾਂ ਦੀਆਂ ਕਰੋਨਾ ਦੀਆਂ ਐਰਾ ਵਗੈਰਾ ਹੋਰ ਬਿਮਾਰੀਆਂ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਹੋਰ ਵੀ ਸੀਗੀ ਨਿਭਾਉਣ ਵਾਲੀਆਂ, ਉਹਦੇ ਬਾਵਜੂਦ ਇਸ ਗੱਲ ਦੇ ਉੱਤੇ ਇੱਕ ਕੱਟੜ ਵਿਰੋਧੀ ਸਾਡੀ ਸਰਕਾਰ, ਮੋਦੀ ਦੀ ਬੀਜੇਪੀ ਸਰਕਾਰ, ਜਿਹੜੀ ਪੂਰੀ ਤਰ੍ਹਾਂ ਨਾਲ ਪੂਰਾ ਪੱਖਪਾਤ ਸਾਡੇ ਨਾਲ ਕਰ ਰਹੀ ਹੈ, ਚਾਹੇ ਉਹ ਗ੍ਰਾਂਟਾਂ ਵੇਲੇ ਰਿਲੀਜ਼ ਕਰਨ 'ਚ ਹੋਵੇ ਜਾਂ ਸਾਡੇ ਟੈਕਸ ਜਿਹੜੇ ਹੈਗੇ ਆ ਉਹਨਾਂ ਨੂੰ ਵਾਪਸ ਕਰਨ ਦੀ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਅੱਜ ਮੈਂ ਕਹਿ ਸਕਦੀ ਹਾਂ ਕਿ ਅਸੀਂ ਦੂਜੀਆਂ ਨਾਲੋਂ, ਜਿਹੜੀ ਦੂਜੀਆਂ ਪਾਰਟੀਆਂ ਦੇ 4 ਸਾਲਾਂ ਦੇ ਮੁਕਾਬਲੇ 'ਚ ਅਸੀਂ 80-90% ਆਪਣੇ ਵਾਅਦੇ 4 ਸਾਲਾਂ ਦੇ ਮੁਤਾਬਕ ਪੂਰੇ ਕੀਤੇ ਹੈ। ਆਹ ਸਾਲ ਸਾਡਾ ਜੇ ਰਹਿੰਦਾ ਹੈ, ਜਿਹਦੇ ਸਾਨੂੰ ਪਤਾ ਹੈ ਕਿ ਅਸੀਂ ਰਹਿੰਦੇ ਵਾਅਦੇ ਵੀ ਸਾਰੇ ਪੂਰੇ ਹੋ ਜਾਣੇ ਹੈ। ਸੋ ਮੈਂ ਇਹ ਆਪਣੇ ਵੱਲੋਂ ਪੂਰਾ ਬਿਲਕੁਲ ਸੱਚਾਈ ਦੇ ਨਾਲ ਇਹ ਗੱਲ ਕਹਿੰਦੀ ਹਾਂ ਕਿ ਇੱਕ ਇੱਕ ਚੀਜ਼ ਦੇ ਉੱਪਰ ਨਜ਼ਰ ਮਾਰ ਲਓ, ਇਹ ਦੂਜਿਆਂ ਦੇ ਬਿਹਤਰ ਮੁਕਾਬਲੇ ਦੇ ਵਿੱਚ ਬਿਹਤਰ ਸਾਡੀ ਕਾਰਗੁਜ਼ਾਰੀ ਹੈ। ਔਰ ਅੱਛਾ, ਇਹਦੇ ਵਿੱਚ ਜੋ ਅਸੀਂ ਸੋਚਦੇ ਵੀ ਨਹੀਂ ਸੀ ਕਿ ਪੂਰਾ ਕਰ ਸਕਾਂਗੇ, ਉਹ ਜਿਹਾ ਕੁਛ ਪਰਮਾਤਮਾ ਨੇ ਸਾਨੂੰ ਪੂਰਾ ਕਰਨ ਦਾ ਦਿੱਤਾ। ਮੈਂ ਸੈਟਿਸਫੈਕਸ਼ਨ ਹੈਗੀ ਹੈ ਮੈਨੂੰ, ਅਤੇ ਮੈਂ ਇਸ ਦੀ ਸ਼ਲਾਘਾ ਕਰਦੀ ਹਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਿ ਉਹਨਾਂ ਨੇ ਇਸ ਔਖੇ ਹਾਲਾਤਾਂ ਵਿੱਚ ਇਸ ਤਰ੍ਹਾਂ ਕੀਤਾ। ਕਿਹੜੇ ਵਾਅਦੇ ਸਮਝਦੇ ਜਿਹੜੇ ਕੈਪਟਨ ਸਰਕਾਰ ਨੇ ਪੂਰੇ ਕੀਤੇ? ਜੇ ਮੈਂ ਯਾਦ ਕਰਾਵਾਂ ਤਾਂ ਕਾਫੀ ਵਾਅਦੇ ਸੀਗੇ। ਨਸ਼ਿਆਂ ਦਾ ਵਾਅਦਾ ਸੀਗਾ, ਘਰ ਘਰ ਰੋਜ਼ਗਾਰ ਦਾ ਵਾਅਦਾ ਸੀਗਾ, ਕਿਸਾਨੀ ਮਸਲੇ ਨੂੰ ਲੈ ਕੇ ਕਰਜ਼ਾ ਮੁਕਤੀ ਦਾ ਵਾਅਦਾ ਸੀ। ਕਿਹੜੇ ਕਿਹੜੇ ਤੁਹਾਨੂੰ ਓਵਰਆਲ ਲੱਗਦਾ ਕਿ ਇਹ ਕੈਪਟਨ ਸਰਕਾਰ ਨੇ ਆਹ ਵਾਲੇ ਵਾਅਦੇ ਆਪਣੇ ਮੁਕੰਮਲ ਪੂਰੇ ਕਰ ਦਿੱਤੇ? ਦੇਖੋ, ਮੁਕੰਮਲਤਾ ਸਾਡੀ ਟਰਮ ਵੀ ਰਹਿੰਦੀ ਹੈ, ਟਰਮ ਵੀ ਮੁਕੰਮਲਤਾ ਨਹੀਂ ਹੋਈ। ਕੋਈ ਵੀ ਚੀਜ਼, ਕੋਈ ਵੀ ਪਾਰਟੀ, ਕੋਈ ਵੀ ਸਰਕਾਰ ਜਾਂ ਕੋਈ ਵੀ ਆਪਣਾ ਵਰਗ, ਘਰ ਪਰਿਵਾਰ ਹੋਵੇ, ਜੇ ਉਹ ਆਖੇ ਕਿ ਪਹਿਲੇ ਸਾਲ 'ਚ, ਜਿਵੇਂ ਆਪਾਂ ਸੋਚਦੇ ਹਾਂ ਕਿ ਖੇਤੀ ਕਰਦਾ ਕਿਸਾਨ ਛੋਟਾ, ਕਿ ਮੈਂ ਆਪਣਾ ਕਬੀਲਦਾਰੀ ਦੇ ਬੜੇ ਉਹਨਾਂ ਨੇ ਸੋਚੇ ਹੁੰਦੇ ਆ ਕਿ ਇੰਨੀਆਂ ਪਲੈਨਾਂ ਪੂਰੀਆਂ ਕਰਨੀਆਂ, ਪਹਿਲੇ ਸਾਲ ਕੀ ਹੋਇਆ, ਦੂਜੇ ਸਾਲ ਕੀ ਹੋਇਆ, ਤੀਜੇ ਸਾਲ ਕੀ ਹੋਇਆ। ਤੁਸੀਂ 3-4 ਵਾਅਦਿਆਂ ਦਾ ਜ਼ਿਕਰ ਕੀਤਾ ਹੈ, ਕਿਸਾਨੀ ਕਰਜ਼ੇ ਦਾ ਜ਼ਿਕਰ ਕੀਤਾ ਹੈ। ਲੈ, ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਵੱਡਾ ਲੀਡਰ, ਸੁਖਬੀਰ ਬਾਦਲ ਬਹਿ ਜਾਣ, ਹੋਰ ਬਹਿ ਜਾਣ, ਖਜ਼ਾਨਾ ਮੰਤਰੀ ਰਿਹਾ, ਕੋਈ ਦੇਖ ਲੈਣ ਅਕਾਲੀਆਂ ਦਾ, ਕਿ ਤੁਸੀਂ ਤਾਂ ਇੱਦਾਂ ਗੋੜੇ ਦੀ ਪੂਣੀ ਵੀ ਨਹੀਂ 31 ਅਕਾਲੀ ਦਲ ਵਾਲਿਓ ਕਰਜ਼ਾ ਮਾਫੀ ਦੇ ਵਿੱਚ। ਅਸੀਂ ਤਾਂ ਕਰਜ਼ਾ ਕਿੰਨੇ ਲੱਖ, ਐਗਜ਼ੈਕਟ ਮੇਰੇ ਕੋਲ ਅੱਜ ਫਿਗਰ ਹੈ ਨਹੀਂ, ਲੇਕਿਨ ਸਾਡੀ ਸਰਕਾਰ ਦੱਸਦੀ ਹੈ 18 ਤਰੀਕ ਨੂੰ ਆਪਣਾ ਜਿਹੜਾ ਹੈਗਾ ਕਾਰਡ ਵੀ ਸਾਡਾ ਫੰਕਸ਼ਨਿੰਗ ਦਾ ਜਾਰੀ ਕਰਨਾ ਸਾਡੇ ਮੁੱਖ ਮੰਤਰੀ, ਜਿੱਥੇ ਅੰਕੜੇ ਹੋਣਗੇ। ਅਤੇ ਇਸ ਕਰਕੇ ਮੈਂ ਇਹ ਕਹਿ ਸਕਦੀ ਹਾਂ ਕਿ ਸ਼ੁਰੂਆਤ ਵੀ ਅਸੀਂ ਕੀਤੀ ਕਰਜ਼ਾ ਮਾਫੀ ਦੀ, ਔਖੇ ਵੇਲੇ 'ਚ ਕੀਤੀ, ਔਰ ਅਸੀਂ ਲੱਖਾਂ ਪਰਿਵਾਰਾਂ ਨੂੰ, ਕਰੋੜਾਂ ਦੀ ਗਿਣਤੀ ਵਿੱਚ ਅਸੀਂ ਕਰਜ਼ਾ ਮਾਫੀ ਦਾ 4 ਸਾਲਾਂ ਵਿੱਚ ਕੀਤਾ ਹੈ। ਔਰ ਮੈਨੂੰ ਇਸ ਗੱਲ ਦੇ ਵਿੱਚ ਦੱਸਣ 'ਚ ਵੀ ਵਾਰ-ਵਾਰ ਖੁਸ਼ੀ ਹੁੰਦੀ ਹੈ, ਅਤੇ ਮੈਂ ਯਾਦ ਕਰਾਉਣਾ ਚਾਹੁੰਦੀ ਹੁੰਦੀ ਹਾਂ, ਕਿਉਂਕਿ ਯਾਦਾਸ਼ਤ ਲੋਕਾਂ ਦੀ ਬਹੁਤ ਛੋਟੀ ਹੈ, ਕਿ ਜਿਹੜਾ ਇਹ ਕਰਜ਼ਾ ਅਸੀਂ ਸਟੇਟ ਵੱਲੋਂ ਮਾਫ ਕਰ ਰਹੇ ਹਾਂ, ਅਸੀਂ ਤਾਂ ਗੌਰਮੈਂਟ ਆਫ ਇੰਡੀਆ ਤੋਂ ਵੀ ਮਾਫ ਕਰਾ ਕੇ ਲਿਆਏ ਸੀ ਕਾਂਗਰਸ ਪਾਰਟੀ ਵਾਲੇ। ਮੈਂ ਪਾਰਟੀ ਦੀ ਪ੍ਰਧਾਨ ਸੀ ਇੱਥੇ ਸਟੇਟ ਦੀ, ਮਨਮੋਹਨ ਸਿੰਘ ਜੋ ਮੁੱਖ ਪ੍ਰਾਈਮ ਮਿਨਿਸਟਰ ਬਣੇ ਨੇ, ਅਤੇ ਉਸ ਵੇਲੇ ਸਾਡੇ ਆਪਣੇ ਸੋਨੀਆ ਜੀ ਨਾਲ ਗਏ ਸੀ। ਅਸੀਂ ਜਾ ਕੇ ਕਿਹਾ ਸੀ ਕਿ ਸਾਰੇ ਹਿੰਦੁਸਤਾਨ ਦਾ ਕਰਜ਼ਾ ਮਾਫ ਕਰ ਰਹੇ ਹੋ, ਪੰਜਾਬ ਦਾ ਕਿਉਂ ਨਹੀਂ? ਅਤੇ ਪਹਿਲੀ ਵਾਰ ਮੈਂ ਧੰਨਵਾਦ ਕਰਦੀ ਹਾਂ ਉਸ ਵਕਤ ਸਰਦਾਰ ਮਨਮੋਹਨ ਸਿੰਘ ਜੀ ਦਾ ਕਿ ਸਾਡਾ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਪੰਜਾਬ ਦਾ ਕਰਜ਼ਾ ਮਾਫ ਕਰਨ ਦਾ ਵੀ ਫੈਸਲਾ ਲਿਆ ਸੀ, ਅਤੇ ਅਸੀਂ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਵੱਧ ਮਾਫ ਕੀਤਾ। ਇੱਕ ਇਹ ਤੁਸੀਂ ਕਹੀ ਹੈ। ਦੂਜੀ, ਤੁਸੀਂ ਨਸ਼ਿਆਂ ਦੀ ਗੱਲ ਕਹੀ ਹੈ। ਜਿਹੜਾ ਨਸ਼ਾ, ਮੈਂ ਇਹ ਨਹੀਂ ਕਹਿੰਦੀ ਕਿ ਜੜ ਤੋਂ ਹੀ ਖਤਮ ਕਰਤਾ,
ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਐਫਰਟਸ ਕੀਤੀਆਂ, ਉਹਦੇ ਵਿੱਚ ਜਿਹੜਾ ਅਸੀਂ ਕਹਿ ਦਿੰਦੇ ਕਿ ਅੱਗੇ ਨਸ਼ਾ ਆਏਂ ਰੁਲਦਾ ਹੀ ਤੁਰਿਆ ਫਿਰਦਾ ਹਰ ਥਾਵਾਂ 'ਤੇ, ਉਹ 'ਚ ਨੱਥ ਪਾਈ ਹੈ, ਕਾਨੂੰਨ ਬਣਾਇਆ, ਵੇਚਣ ਵਾਲਾ, ਛੱਡਣ ਵਾਲਾ, ਲੈਣ ਵਾਲਾ ਫੜਿਆ ਗਿਆ ਤਾਂ ਜ਼ਮੀਨਾਂ ਉਹਨਾਂ ਦੀ ਜ਼ਬਤ ਕਿਸ ਤਰ੍ਹਾਂ ਕਰਨੀਆਂ ਨੇ, ਉਹ ਸਾਰੀਆਂ ਚੀਜ਼ਾਂ, ਸਖਤ ਐਕਸ਼ਨ ਲੈਣਾ, ਸਖਤ ਕਾਨੂੰਨ ਬਣਾਉਣਾ ਸਰਕਾਰਾਂ ਦੇ ਕੰਮ ਹੁੰਦੇ ਨੇ। ਔਰ ਕਿੰਨੇ ਤੁਸੀਂ ਰੋਜ਼ ਦੇਖਦੇ ਹੋ ਕਿ ਕਿੰਨੇ ਥਾਵਾਂ 'ਤੇ ਛਾਪੇ ਮਾਰ ਕੇ ਕਿੰਨੇ ਨਸ਼ੇ ਫੜੇ ਜਾ ਰਹੇ ਨੇ। ਔਰ ਮੈਂ ਸਮਝਦੀ ਹਾਂ, ਜਿਵੇਂ ਮੈਂ ਪਹਿਲਾਂ ਕਿਹਾ ਕਿ 100% ਨਹੀਂ, ਜਿਸ ਤਰ੍ਹਾਂ ਸਾਡੀ ਟਰਮ ਵੀ ਅਜੇ ਸਾਲ ਪਈ ਹੈ, 100% ਨਹੀਂ, ਇੱਕ ਬਹੁਤ ਖਿਲਰੀ ਵੀ ਬਿਮਾਰੀ ਨੂੰ ਠੀਕ ਕਰਨ ਲਈ ਉਹਦੇ ਵਾਸਤੇ ਟਾਈਮ ਤਾਂ ਲੱਗਦਾ ਹੀ ਹੈ, ਲੇਕਿਨ ਅਸੀਂ ਉਸ ਪਾਸੇ ਵੱਲ ਸ਼ੁਰੂਆਤ ਕਰਕੇ ਕਾਫੀ ਹੱਦ ਤੱਕ ਅਸੀਂ ਕੰਟਰੋਲ ਕੀਤਾ, ਉਹ ਵੀ ਅਸੀਂ ਪੂਰਾ ਕੀਤਾ ਹੈ। ਘਰ ਘਰ ਨੌਕਰੀ ਦਾ ਤੁਸੀਂ ਗੱਲ ਕੀਤਾ ਹੈ, ਮੈਂ ਖੁਦ ਲਹਿਰਾ ਗਾਗਾ ਹਲਕੇ ਵਿੱਚ ਜਾ ਕੇ ਕਈ ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਅਸੀਂ ਉਹ ਰੁਜ਼ਗਾਰ ਸਾਰੇ ਪੰਜਾਬ ਵਿੱਚ ਦਿੱਤਾ ਹੈ, ਜਿਹੜਾ ਅੱਜ ਤੱਕ ਦੇ ਮੁਕਾਬਲੇ, ਜੇ ਮੈਂ ਇੱਕ ਆਈਟਮ ਦੀ ਗੱਲ ਕਰਦੀ ਹਾਂ ਕਿ ਜਿਹੜੀ ਵੀ ਪਾਰਟੀ ਸਾਡੇ ਵੱਲ ਉਂਗਲ ਉਠਾਉਣਾ ਚਾਹੁੰਦੀ ਹੈ, ਲੇਕਿਨ ਉਹ ਆਪਣੇ 4 ਸਾਲਾਂ ਦਾ ਹਿਸਾਬ ਕਿਤਾਬ ਸਾਡੇ ਕੋਲੇ ਲੈ ਆਵੇ, ਨਾਲ ਬੈਠ ਕੇ ਕਰ ਲੇ। ਟੀਵੀ ਤੇ ਸਾਡੇ ਬੰਦੇ ਬੈਠਦੇ, ਉਹਨਾਂ ਨਾਲ ਬੈਠ ਕੇ ਕਰ ਲਵੇ। ਰੁਜ਼ਗਾਰ ਵਾਲੇ ਪਾਸੇ ਵੀ ਅਸੀਂ ਪਹਿਲ ਕੀਤੀ ਹੈ ਹਰ ਤਰੀਕੇ ਦੇ ਨਾਲ ਲਿਆਉਣ ਵਾਸਤੇ। ਲੇਕਿਨ ਜਿਵੇਂ ਮੈਂ ਸਮਝਦੀ ਹਾਂ ਕਿ ਸਿਚੁਏਸ਼ਨ ਇੱਥੇ ਇਹੋ ਜਿਹੀ ਬਣਾਤੀ ਸੀ, ਸਭ ਤੋਂ ਪਹਿਲਾਂ ਕਰਜ਼ੇ ਲੈ ਕੇ 10 ਸਾਲਾਂ ਦੇ ਇਕੱਠੇ ਰਾਜ ਕਰਕੇ ਕਰਜ਼ੇ ਲੈ ਕੇ ਸਾਰਿਆਂ ਥਾਵਾਂ 'ਤੇ ਲਾਅ ਐਂਡ ਆਰਡਰ ਦੀ ਹਾਲਤ ਸਭ ਤੋਂ ਪਹਿਲੀਆਂ ਸਰਕਾਰਾਂ ਵੇਲੇ ਕਿੰਨੀ ਮਾੜੀ ਸੀ ਕਿ ਇੱਥੇ ਇੰਡਸਟਰੀਜ਼ ਆਉਂਦਾ ਹੀ ਨਹੀਂ ਸੀ, ਚਾਹੁੰਦਾ ਹੀ ਨਹੀਂ ਸੀ ਆਉਣਾ। ਇਸ ਲਈ ਅਸੀਂ ਇਸ ਪਾਸੇ ਵੱਲ ਵੀ ਕਾਫੀ ਕੀਤਾ ਹੈਗਾ, ਇਹ ਵੀ ਕੀਤੇ ਹੈ। ਸਮਾਰਟ ਜਿਹੜੇ ਫੋਨ ਦੇਣ ਦੀ ਗੱਲ ਵੀ ਹੈਗੀ ਹੈ, ਸਮਾਰਟ ਕਾਰਡ ਬਣਾਉਣ ਦੀ ਗੱਲ ਕੀਤੀ ਹੈ, ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਸਾਡੀ ਪਾਰਟੀ ਨੇ ਐਸਾ ਕੋਈ ਵਾਅਦਾ ਨਹੀਂ ਜਿਹਦੇ ਵਿੱਚ ਸ਼ੁਰੂਆਤ ਹੀ ਨਾ ਕੀਤੀ ਹੋਵੇ। ਸ਼ੁਰੂਆਤ ਕੀਤੀ ਹੈ, ਕੋਈ 50%, ਕੋਈ 60%, ਕੋਈ 70%, ਕੋਈ 80% ਅਸੀਂ ਆਪਣੇ ਪੂਰੇ ਕੀਤੇ ਆ ਅਤੇ ਪੂਰੇ ਕਰਨ ਜਾ ਰਹੇ ਹਾਂ। 18 ਨੂੰ ਆਪਣਾ ਰਿਪੋਰਟ ਕਾਰਡ ਹੈ, ਉਹਦੇ 'ਚ ਮੁੱਖ ਮੰਤਰੀ ਐਗਜ਼ੈਕਟ ਤੁਹਾਨੂੰ ਫਿਗਰ ਦੇਣਗੇ। ਮੈਂ ਸਮਝਦੀ ਹਾਂ ਜਿੱਥੋਂ ਤੱਕ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਜੋ ਕੁਛ ਇਹ 4 ਸਾਲਾਂ 'ਚ ਕੀਤਾ, ਇਹ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਬੜੇ ਸਾਡੇ ਸਿਆਣੇ ਸੁਲਝੇ ਵੇ ਅਫਸਰ ਸਾਹਿਬਾਨ ਨੇ, ਉਹਨਾਂ ਨੇ ਵੀ ਕੰਮ ਕੀਤਾ ਹੈ। ਔਰ ਸਾਡੇ ਇਸ ਮੈਨੀਫੈਸਟੋ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਨੇ ਉਸ ਵੇਲੇ ਸਾਡਾ ਰੀਡ ਕੀਤਾ ਸੀ, ਸਾਨੂੰ ਆਪਣਾ ਗਾਈਡ ਵੀ ਕੀਤਾ ਸੀ, ਉਹਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਸੋ ਮੈਨੂੰ ਪੂਰੀ ਇਸ 'ਤੇ ਸੰਤੁਸ਼ਟੀ ਹੈ। ਵਿਰੋਧੀ ਬੇਸ਼ੱਕ ਸਵਾਲ ਚੁੱਕਦੇ ਆ, ਪਰ ਮੈਂ ਤੁਹਾਡੇ ਤੋਂ ਇਮਾਨਦਾਰ ਨਾਲ ਪੁੱਛੂੰਗਾ, ਕਿਉਂਕਿ ਤੁਸੀਂ ਵੀ ਸੀਐਮ ਰਹੇ ਹੋ। ਇਮਾਨਦਾਰ ਨਾਲ ਕਿੱਥੇ ਕਮੀਆਂ ਰਹੀਆਂ ਪੰਜਾਬ ਸਰਕਾਰ ਦੀਆਂ ਹੁਣ ਤੱਕ, ਜੇਕਰ ਐਜ਼ ਸੀਐਮ ਤੁਸੀਂ ਰਹੇ ਹੋ, ਉਹਦੇ 'ਤੇ ਵੀ ਕਿੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਗਲਤੀਆਂ ਹੋਈਆਂ? ਨਹੀਂ ਦੇਖੋ, ਗਲਤੀ ਤਾਂ ਬੰਦਾ ਇਨਸਾਨ ਗਲਤੀ ਦਾ ਪੁਤਲਾ ਹੈ। ਜਿਹਨੂੰ ਸਾਨੂੰ ਗਲਤੀ ਲੱਗ ਸਕਦੀ ਹੈ, ਸ਼ਾਇਦ ਉਹਨਾਂ ਦੇ ਹੋਰ ਨੇਚਰ ਤੋਂ ਠੀਕ ਹੋਵੇ, ਮੈਨੂੰ ਨਹੀਂ ਪਤਾ। ਲੇਕਿਨ ਮੈਂ ਨਹੀਂ ਸਮਝਦੀ, ਮੈਂ ਸਮਝਦੀ ਹਾਂ ਕਿ ਕਿਤੇ ਵੀ ਕੋਈ ਥੋੜ੍ਹੀ ਮੋਟੀ, ਜਿਵੇਂ ਸਮਝਦੇ ਆਪਾਂ ਕਿਸੇ ਵਕਤ ਥੋੜ੍ਹੀ ਬਹੁਤ ਕਮੀ ਪੇਸ਼ੀ ਕਿਸੇ ਪਾਸ ਰਹਿ ਸਕਦੀ ਹੈ। ਲੇਕਿਨ ਤੁਸੀਂ ਇਹ ਸੋਚੋ ਕਿ ਪੰਜਾਬ ਦੇ ਵਿੱਚ ਕਿੱਡਾ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਉਸ ਵਾਲੇ ਪਾਸੇ ਸਾਰੀ ਸਰਕਾਰ ਦਾ ਧਿਆਨ ਅਤੇ ਤਵੱਜੋ। ਪੰਜਾਬ ਦੇ ਵਿੱਚ ਕਰੋਨਾ ਵਰਗੀਆਂ ਬਿਮਾਰੀਆਂ ਚੱਲਦੀਆਂ, ਜਿੱਥੇ ਕਿੰਨਾ ਸਾਲ 1.5 ਸਾਲ ਬੰਦ ਹੀ ਰਿਹਾ ਪੰਜਾਬ, ਉਹਦੇ ਬਾਵਜੂਦ ਜੇ ਉਹ ਕਰੋਨਾ ਦੀ ਬਿਮਾਰੀ ਆਈ ਤਾਂ ਉਹਦੇ ਵਿੱਚ ਵੀ ਕਿਸ ਤਰੀਕੇ ਨਾਲ ਅਸੀਂ ਸਾਰੇ ਲੋਕਾਂ ਨੂੰ, ਗਰੀਬ ਜਿਹੜੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ, ਉੱਥੇ ਵੀ ਅਸੀਂ ਪੂਰਾ ਸਾਰਾ ਦੇਣ ਦਾ ਸਾਰਾ ਕੁਛ ਕੰਮ ਪੂਰਾ ਕੀਤਾ। ਸੋ ਮੈਨੂੰ ਕੋਈ ਵੱਡੀ ਗਲਤੀ ਅਸੀਂ ਨਜ਼ਰ ਨਹੀਂ ਆਈ। ਹਾਂ, ਇੱਕ ਚੀਜ਼ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਪਣੇ ਕੰਮਾਂ ਦੀ ਕੀਤੀ ਹੋਈ ਪਬਲਿਸਿਟੀ ਨਹੀਂ ਜ਼ਿਆਦਾ ਕੀਤੀ। ਲੋਕ ਕੰਮ ਘੱਟ ਕਰਦੇ ਹੈ, ਬੋਲਦੇ ਜ਼ਿਆਦਾ ਹੈ। ਅਸੀਂ ਕੰਮ ਸ਼ਾਇਦ ਜ਼ਿਆਦਾ ਕੀਤਾ ਹੋਵੇ, ਅਸੀਂ ਬੋਲੇ ਘੱਟ ਹੋਈ ਉਸ ਥਾਂ ਦੇ ਉੱਤੇ ਆ ਕੇ। ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਕੁਛ ਜਿਹੜਾ ਥੋੜ੍ਹਾ ਬਹੁਤ ਸਾਡੇ ਆਪਣੇ ਬੰਦੇ ਮਹਿਸੂਸ ਕਰ ਜਾਂਦੇ ਹੈ ਕਿ ਅਸੀਂ ਆਪਣੀਆਂ ਗੱਲਾਂ ਕਰਨੀਆਂ, ਮਿਲਣੀਆਂ, ਅਵੇਲੇਬਿਲਿਟੀ ਆਫ ਚੀਫ ਮਿਨਿਸਟਰ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਈ ਵਾਰੀ ਹੋ ਸਕਦਾ ਹੈ, ਕਿਉਂਕਿ ਇਹ ਚੀਫ ਮਿਨਿਸਟਰ ਕੋਈ ਸਧਾਰਨ ਚੀਫ ਮਿਨਿਸਟਰ ਦੇ ਤੌਰ 'ਤੇ ਨਹੀਂ ਹੈਗਾ। ਇਹਨਾਂ ਨੂੰ ਪੂਰੀ ਰਾਜ ਘਰਾਣਿਆਂ ਦੇ ਵਿੱਚੋਂ ਰਾਜ ਭਾਗ ਕਰਨ ਦੀਆਂ ਟ੍ਰੇਨਿੰਗਾਂ ਵੀ ਇਹਨਾਂ ਨੂੰ ਮਿਲੀਆਂ ਹੁੰਦੀਆਂ। ਸੋ ਉਸ ਤਰੀਕੇ ਦੇ ਨਾਲ ਮੈਂ ਸਮਝਦੀ ਹਾਂ ਕਿ ਅਮਨ ਸ਼ਾਂਤੀ ਕਾਇਮ ਰੱਖ ਕੇ ਕਿਸਾਨੀ ਅੰਦੋਲਨ ਦੇ ਨਾਲ ਪੂਰੀ ਤਰ੍ਹਾਂ ਨਾਲ ਆਪਣੀ ਸਰਕਾਰ ਦੀ ਸ਼ਹੀਦਤਾ ਦੇ ਨਾਲ ਸਪੋਰਟ ਕਰਕੇ ਪੂਰੀ ਤਰ੍ਹਾਂ ਨਾਲ ਕੋਈ ਵੀ ਐਸਾ ਨੁਕਸਾਨ ਨਾ ਹੋਣ ਦੇਣਾ ਅਤੇ ਇਹ ਬਿਮਾਰੀਆਂ ਨੂੰ ਟੈਕਲ ਕਰਨਾ, ਇਹਨਾਂ ਸਿਚੁਏਸ਼ਨਾਂ ਦੇ ਬਾਵਜੂਦ ਫਿਰ ਆਪਣੀ ਆਰਥਿਕ ਗੱਡੀ ਲਾਈਨ 'ਤੇ ਲੈ ਕੇ ਆਉਣਾ, ਸ਼ਾਇਦ ਇਹ ਇੱਕ ਸਿਆਣਾ ਮੁੱਖ ਮੰਤਰੀ ਕਰ ਸਕਦਾ ਹੈ। ਅਤੇ ਜਿਹਦੇ ਵਿੱਚ ਮੈਂ ਸਮਝਦੀ ਹਾਂ ਕਿ ਦੂਜੇ ਐਂਗਲ ਤੋਂ ਜਿਵੇਂ ਕਈ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਉਹਨਾਂ ਟਾਈਮ ਨਾ ਦੇ ਸਕਣ ਵਾਲੀ ਗੱਲ, ਜਿਹਦੀ ਆਮ ਤੌਰ 'ਤੇ ਸਾਡੇ ਲੋਕ ਜਾਂ ਵਰਕਰ ਕਈ ਵਾਰ ਚਰਚਾ ਕਰਦੇ ਆ, ਲੇਕਿਨ ਫਿਰ ਵੀ ਟਾਈਮ ਦਿੰਦੇ ਹੈ, ਮੀਟਿੰਗਾਂ 'ਤੇ ਵੀ ਦਿੰਦੇ ਆ, ਹਰ ਥਾਵਾਂ 'ਤੇ ਦਿੰਦੇ ਆ, ਮਿਲਦੇ ਹੈਗੇ ਆ, ਕਰ ਰਹੇ ਆ। ਲੇਕਿਨ ਜੇ ਕੰਮ ਕਰੀਏ ਜਾਂ ਮੁਲਾਕਾਤ ਕਰੀਏ, ਦੋ ਹੀ ਗੱਲਾਂ ਤਾਂ ਨਹੀਂ ਇਕੱਠੀਆਂ ਹੋ ਸਕਦੀਆਂ। ਕੰਮ ਕਰਨ ਲਈ ਤਾਂ ਸਮਾਂ ਚਾਹੀਦਾ ਹੁੰਦਾ ਹੈ। ਜੇ ਸਮਾਂ ਤੁਸੀਂ ਕੰਮ ਕਰਨ 'ਤੇ ਲਾਉਣਾ ਤਾਂ ਫਿਰ ਮੁਲਾਕਾਤਾਂ ਲਈ ਘੱਟ ਸਮਾਂ ਹੁੰਦਾ ਹੈ। ਸੋ ਇਸ ਲਈ ਮੈਂ ਇਸ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਬੇਸ਼ੱਕ ਕੋਈ ਸ਼ੱਕ ਨਹੀਂ ਇਸ ਚੀਜ਼ 'ਚ, ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਹੈ। ਪਰ ਜੇਕਰ ਪੂਰੇ ਪੰਜਾਬ ਦੀ ਓਵਰਆਲ ਗੱਲ ਕਰੀਏ, ਹਰੇਕ ਵਰਗ, ਮੁਲਾਜ਼ਮ ਵਰਗ ਦੀ ਗੱਲ ਕਰ ਲਈਏ, ਟੀਚਰਾਂ ਦੀ ਗੱਲ ਕਰ ਲਈਏ, ਨਰਸਾਂ ਦੀ ਗੱਲ ਕਰੀਏ, ਅੰਦੋਲਨ ਕੀ ਲੱਗਦਾ ਕਿਉਂ ਅੰਦੋਲਨ ਪੰਜਾਬ ਦੇ ਵਿੱਚ ਅੱਜ ਵੀ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ ਅੰਦੋਲਨ ਹੈ, ਕਿਤੇ ਨਾ ਕਿਤੇ ਪੱਕੀ ਨੌਕਰੀ ਨੂੰ ਲੈ ਕੇ ਅੰਦੋਲਨ ਹੈ, ਕਿਉਂ ਕਰ ਰਹੇ ਸਾਰੇ ਫਿਰ ਅੰਦੋਲਨ, ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 90% ਦੇ ਤੁਸੀਂ ਕਹਿ ਰਹੇ ਵਾਅਦੇ ਪੂਰੇ ਕਰ ਦਿੱਤੇ?
ਦੇਖੋ ਇਹ ਚੀਜ਼ਾਂ ਵੱਖਰੀਆਂ ਹੁੰਦੀਆਂ। ਸਰਵਿਸਿਜ਼ ਦੇ ਵਿੱਚ ਡਿਮਾਂਡ ਹਮੇਸ਼ਾ ਹੁੰਦੀ ਹੈ ਔਰ ਬਹੁਤ ਸਾਰੀਆਂ ਡਿਮਾਂਡ ਸਾਡੀਆਂ ਜੈਨੂਨ ਵੀ ਹੋਣਗੀਆਂ। ਸ਼ਾਇਦ ਕਈ ਵਾਰੀ ਜਿਹੜੇ ਸਾਡੇ ਆਪਣੇ ਆਰਥਿਕ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆਰਥਿਕ ਤੌਰ ਤੇ ਸਾਡੇ ਜਿਵੇਂ ਖਜ਼ਾਨਾ ਬਿਲਕੁਲ ਖਾਲੀ ਦਿੱਤਾ ਸੀਗਾ, ਉਹ ਖਜ਼ਾਨਾ ਖਾਲੀ ਹੋਣ ਕਰਕੇ ਕਈ ਥਾਵਾਂ ਤੇ ਅਸੀਂ ਜਿਹੜੀ ਚੀਜ਼ ਪੂਰੀ ਕਰਨਾ ਚਾਹੁੰਦੇ ਵੀ ਹਾਂ ਜਾਂ ਚਾਹੀਦੀ ਵੀ ਸੀ ਜਾਂ ਅਸੀਂ ਸਮਝਦੇ ਹਾਂ ਕਿ ਹੋਣੀ ਚਾਹੀਦੀ ਹੈ, ਸ਼ਾਇਦ ਉਹਦੇ ਵਿੱਚ ਕਿਤੇ ਕਮੀ ਇਸ ਕਰਕੇ ਰਹਿ ਗਈ ਹੋਵੇ ਕਿ ਉਸ ਵੇਲੇ ਕਈ ਵਾਰੀ ਲੋਕਾਂ ਦੀ, ਸਰਕਾਰਾਂ ਦੀ ਪ੍ਰਾਇੋਰਟੀ ਹੋ ਜਾਂਦੀ ਹੈ। ਜਿਵੇਂ ਸਾਡੀ ਪ੍ਰਾਇੋਰਟੀ ਪਹਿਲਾਂ ਇਹ ਸੀ ਕਿ ਅਸੀਂ ਲੋਕਾਂ ਨੂੰ ਬਿਮਾਰੀ ਕਾਰਨ ਜੋ ਬੰਦ ਪਿਆ, ਕਾਰੋਬਾਰ ਬੰਦ ਪਿਆ, ਉਹਨਾਂ ਨੂੰ ਕੁਛ ਰਿਆਇਤਾਂ ਦੇਈਏ ਤੇ ਅਸੀਂ ਆਪਣਾ ਰੋਟੀ ਦੇਈਏ ਲੋਕਾਂ ਨੂੰ। ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਬਹੁਤ ਸਾਰੇ ਹੋਰ ਵੀ ਐਸੇ ਕਿ ਅਸੀਂ ਜਿਹੜੇ ਚੰਗੇ ਆ ਸੁਧਾਰ ਲਿਆਈਏ ਵੱਡੇ ਆਪਣੇ ਉਹਨਾਂ ਦੇ ਵਿੱਚ, ਲੇਕਿਨ ਅਸੀਂ ਸਮਝਦੇ ਹਾਂ ਕਿ ਥੋੜ੍ਹੇ ਬਹੁਤ ਜਿਹੜੀ ਸਮਝਦੇ ਆ ਕੋਈ ਕਮੀ ਮੁਲਾਜ਼ਮਾਂ ਦੀ ਹੁੰਦੀ ਹੈ, ਡਿਮਾਂਡ ਹੁੰਦੀ ਹੈ, ਹਮੇਸ਼ਾ ਹੀ ਡਿਮਾਂਡ ਰਹਿਣੀ ਹੈ। ਔਰ ਅਸੀਂ ਸਮਝਦੇ ਹਾਂ, ਜਿਵੇਂ ਮੈਂ ਤਾਂ ਪਹਿਲਾਂ ਕਈ ਵਾਰੀ ਮੈਨੂੰ ਮੈਂਬਰ ਵੀ ਬਣਾਇਆ ਗਿਆ ਹੈ ਮੁਲਾਜ਼ਮਾਂ ਦੀਆਂ 9 ਸਾਲ ਤੇ 12 ਸਾਲ ਦੀਆਂ ਸਰਵਿਸਿਜ਼ ਦੇ ਵਿੱਚ ਰੈਗੂਲਰ ਕਰਨ ਵਾਸਤੇ। ਅਸੀਂ ਉੱਥੇ ਵੀ ਮੈਂ ਆਪਣੇ ਸਮੇਂ ਜੋ ਫੈਸਲੇ ਲਏ, ਮੈਨੂੰ ਉਸ ਵੇਲੇ ਪ੍ਰਸ਼ੰਸਾ ਸਾਡੇ ਅਫਸਰਾਂ ਨੇ ਸੈਟਿਸਫੈਕਸ਼ਨ ਕੀਤੀ, ਪ੍ਰਸ਼ੰਸਾ ਤਾਂ ਨਹੀਂ ਸੈਟਿਸਫੈਕਸ਼ਨ ਕੀਤੀ। ਔਰ ਇਵੇਂ ਜਿਵੇਂ ਜਿਸ ਵਕਤ ਮੈਂ ਬਣੀ ਸੀ CM ਸਰਦਾਰ ਬਿਆਨ ਸਿੰਘ ਜੀ ਤੋਂ ਬਾਅਦ, ਹਰਚਰਨ ਸਿੰਘ ਬਰਾੜ ਤੋਂ ਬਾਅਦ, ਉਦੋਂ ਵੀ ਪਹਿਲਾਂ ਆਰਥਿਕ ਗੱਡੀ ਮਾੜੀ ਸੀ, ਸਿਰਫ 500-700 ਕਰੋੜ ਦਾ ਸੀਗਾ ਬਜਟ, ਸਾਡੇ ਤਾਂ ਤਨਖਾਹਾਂ ਜਾਂਦਾ ਸੀ, ਲੇਕਿਨ ਇੰਨਾ ਅਸੀਂ ਕੰਮ ਕੀਤਾ, ਇੰਨਾ ਸਾਨੂੰ ਬਜਟ ਆਇਆ ਕਿ ਜਦੋਂ ਮੈਨੂੰ ਮੌਕਾ ਮਿਲਿਆ ਉਸ ਵੇਲੇ ਮੈਂ 3 ਸਾਲ ਦੇ ਐਡਵਾਂਸ ਬੋਨਸ ਦਿੱਤੇ ਸੀ। ਤੇ ਉਹ ਅੱਜ ਵੀ ਸਾਡੇ ਪੰਜਾਬ ਤੇ ਯੂਟੀ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਖੁਸ਼ ਹੈ ਤੇ ਨਾਂ ਲੈਂਦੇ, ਜ਼ਿਕਰ ਕਰਦੇ ਆ। ਅੱਜ ਮੈਂ ਸਮਝਦੀ ਹਾਂ ਕਿ ਅਸੀਂ ਕਰਨਾ ਚਾਹੁੰਦੇ ਹਾਂ, ਮੇਰੇ ਕੋਲ ਵੀ ਆਉਂਦੀਆਂ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਕਰਨਾ ਚਾਹੁੰਦੇ ਹਾਂ, CM ਵੀ ਕਰਨਾ ਚਾਹੁੰਦੇ ਆ, ਸਾਡੀ ਸਰਕਾਰ ਵੀ ਕਰਨਾ ਚਾਹੁੰਦੀ ਹੈ, MLA ਵਜ਼ੀਰ ਸਾਰੇ ਕਰਨਾ ਚਾਹੁੰਦੇ ਆ। ਥੋੜ੍ਹੀ ਜਿਹੜੀ ਆਰਥਿਕ ਕਮੀ ਦੀ ਸੱਟ ਸਾਨੂੰ ਭਾਰਤ ਦੀ ਸਰਕਾਰ ਨੇ ਸਪੈਸ਼ਲ ਮਾਰੀ ਹੈ। ਸ਼ਾਇਦ ਅਸੀਂ ਇਹ ਕਮੀਆਂ ਨਾ ਰਹਿਣ ਦਿੰਦੇ ਮੁਲਾਜ਼ਮਾਂ ਦੀਆਂ। ਮੋਦੀ ਸਾਹਿਬ ਨੇ ਸਾਡੇ ਨਾਲ ਮਤੇਈ ਮਾਂ ਵਾਲਾ ਜਿਹੜਾ ਸਲੂਕ ਕਰਕੇ, ਫਾਈਨੈਂਸ਼ੀਅਲ ਤੌਰ ਤੇ ਇੰਨੀ ਟਾਈਟ ਪੋਜੀਸ਼ਨ ਕਰਕੇ ਕਈ 100 ਕਰੋੜ ਦੀਆਂ ਸਾਨੂੰ ਜਿਹੜੇ ਸਾਡੇ ਡਿਊਜ਼ ਸੀ ਉਹ ਸਾਨੂੰ ਦਿੱਤੇ ਨਹੀਂ, ਵੇਲੇ ਸਿਰ ਦਿੱਤੇ ਨਹੀਂ, ਜਿਹਦੇ ਕਰਕੇ ਉਹਦਾ ਫੈਕਟ ਸਾਰਾ ਮੁਲਾਜ਼ਮਾਂ 'ਤੇ ਵੀ ਗਿਆ। ਇੱਕ ਪਾਸੇ ਚਾਹੁੰਦੇ ਹਾਂ ਰੁਜ਼ਗਾਰ ਦੇਣਾ ਹੈ, ਇੱਕ ਪਾਸੇ ਚਾਹੁੰਦੇ ਹਾਂ ਮੁਲਾਜ਼ਮਾਂ ਦੇ ਵਾਲੇ ਪਾਸੇ ਅਸੀਂ ਹੋਰ ਫਾਇਦਾ ਕਰੀਏ, ਅਸੀਂ ਦੋਨੇ ਕਰਨੇ ਚਾਹੁੰਦੇ ਹਾਂ। ਲੇਕਿਨ ਅਸੀਂ ਪਹਿਲਾਂ ਰੁਜ਼ਗਾਰ ਜਿਹੜਾ ਬਿਲਕੁਲ ਹੈ ਨਹੀਂ, ਰੋਟੀ ਨੂੰ ਰੁਜ਼ਗਾਰ ਦੇਣ ਵਾਲੇ ਪਾਸੇ ਅਸੀਂ ਪ੍ਰਾਇੋਰਟੀ ਰੱਖੀ। ਲੇਕਿਨ ਦੂਜੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਵੀ ਜਾਇਜ਼ ਨੇ। ਮੈਂ ਤਾਂ ਆਪਣੇ ਦਿਲ ਤੋਂ ਚਾਹੁੰਦੀ ਹਾਂ, ਸਾਡੀ ਸਰਕਾਰ ਵੀ ਚਾਹੁੰਦੀ ਹੈ, ਪਰਮਾਤਮਾ ਕਰੇ ਕਿ ਜੇ ਮਾੜੀ ਮੋਟੀ ਬੁੱਧੀ, ਲੱਗਦਾ ਤਾਂ ਹੈ ਨਹੀਂ ਕਿ BJP ਦੀ ਮੋਦੀ ਸਰਕਾਰ ਨੂੰ ਆਊ, ਜੇ ਆਵੇ ਸਾਡੇ ਅੱਜ ਵੀ ਉਹ ਜਿਹੜੀਆਂ ਸਾਡੇ ਡਿਊਜ਼ ਦੇ ਦੇਣ, ਸਾਡੇ ਨਾਲ ਧੱਕਾ ਨਾ ਕਰਨ, ਸਾਨੂੰ ਇਨਸਾਫ ਦੇ ਦੇਣ, ਤਾਂ ਅਸੀਂ ਰਹਿੰਦੀਆਂ ਮੰਗਾਂ ਵੀ ਮੁਲਾਜ਼ਮਾਂ ਦੀਆਂ ਪੂਰੀਆਂ ਕਰ ਸਕਦੇ ਹਾਂ। ਡਿਊਜ਼ ਨੂੰ ਲੈ ਕੇ ਕੇਂਦਰ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਪਹਿਲਾਂ ਵਾਲੇ ਚੀਜ਼ਾਂ ਦਾ ਹਿਸਾਬ ਦੇਵੇ। RDF ਦੀ ਗੱਲ ਕਰੀਏ, ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰੀਏ, ਉਹ ਕਹਿੰਦੇ ਪੰਜਾਬ ਸਰਕਾਰ ਪਹਿਲਾਂ ਹਿਸਾਬ ਤਾਂ ਦੇਵੇ। ਪੰਜਾਬ ਸਰਕਾਰ ਹਿਸਾਬ ਨਹੀਂ ਦਿੰਦੀ, ਅਸੀਂ ਡਿਊਜ਼ ਦੇ ਦਾਂਗੇ, ਪਹਿਲਾਂ ਹਿਸਾਬ ਦੇਵੇ। ਕਿੱਥੇ ਕਮੀ ਲੱਗਦੀ ਪੰਜਾਬ ਸਰਕਾਰ, ਜੇਕਰ ਕੰਮ ਕੀਤੇ ਤਾਂ ਕਿਉਂ ਨਹੀਂ ਹਿਸਾਬ ਦੇ ਰਹੀ ਕੇਂਦਰ ਸਰਕਾਰ ਨੂੰ? ਇਹ ਗੱਲ ਮੈਂ ਹੈਰਾਨ ਹਾਂ। ਇੱਕ ਕਹਿਣ ਨੂੰ ਜੋ ਬਹਾਨਾ ਹੋਰ ਕੋਈ ਲੱਭ ਲੈਂਦੇ। ਸਰਕਾਰਾਂ ਦੇ ਵਿੱਚ ਜੋ ਲੈਣ ਦੇਣ ਹੁੰਦਾ ਉਹਦੇ ਵਿੱਚ ਪਹਿਲਾਂ ਹਿਸਾਬ ਕਿਤਾਬ ਤੇ ਮਗਰੋਂ ਹਿਸਾਬ ਕਿਤਾਬ ਦੀ ਗੱਲ ਕਿੱਥੇ ਆਉਂਦੀ ਹੁੰਦੀ ਹੈ। ਸਾਨੂੰ ਬਹੁਤ ਸਾਰੇ ਸਾਡੇ ਜਿਹੜੇ ਹੈਗੇ ਨੇ ਪੈਸੇ ਉਹਨਾਂ ਕੋਲੇ ਚਲੇ ਜਾਂਦੇ ਆ, ਪਹਿਲਾਂ ਜਿਵੇਂ ਟੈਕਸਾਂ ਦੇ ਪੈਸੇ ਚਲੇ ਗਏ, ਤੇ ਜੇ ਅਸੀਂ ਕਹੀਏ ਪਹਿਲਾਂ ਸਾਨੂੰ ਪਿਛਲਾ ਹਿਸਾਬ ਦੱਸਣ ਕਿ ਸਾਡੇ ਪਿਛਲੇ ਟੈਕਸ ਮੋੜ ਤੇ ਕਿ ਨਾ ਮੋੜ ਤੇ, ਫਿਰ ਗੱਲ ਕਰਾਂਗੇ। ਇਹ ਨਹੀਂ ਹੈਗਾ ਕਿ ਕਿਸੇ ਦਾ ਲੈਣ ਦੇਣ ਇੰਡੀਵਿਜੂਅਲ ਹੈ, ਇਹ ਸਰਕਾਰਾਂ ਦੇ ਲੈਣ ਦੇਣ ਹੁੰਦੇ ਨੇ। ਇਸ ਲਈ ਜਿਵੇਂ ਹੁਣ ਸਾਡੇ ਪ੍ਰੋਕਿਉਰਮੈਂਟਾਂ ਹੁੰਦੀਆਂ ਤਾਂ ਪੈਸੇ ਆ ਜਾਂਦੇ ਆ, ਪਏ ਹੁੰਦੇ ਨੇ। ਸਾਡੇ ਨੈਚੁਰਲ ਕਲੈਮਿਟੀ ਹੁੰਦੀ ਹੈ, ਨੈਚੁਰਲ ਕਲੈਮਿਟੀ ਦੇ ਵਿੱਚ ਵੀ ਪੈਸਾ ਪਿਆ ਹੁੰਦਾ ਹੈ। ਅਸੈਸਮੈਂਟ ਤਾਂ ਬਾਅਦ 'ਚ ਹੁੰਦੀ ਹੈ, ਬਾਅਦ 'ਚ ਪਤਾ ਲੱਗਦਾ ਕਿ ਕਿੰਨਾ ਸਾਡਾ ਨੁਕਸਾਨ ਹੋਇਆ, ਕਿੰਨਾ ਸਾਨੂੰ ਦੇਣਾ ਪੈਣਾ, ਲੇਕਿਨ ਪੈਸਾ ਪਹਿਲਾਂ ਪਿਆ ਹੁੰਦਾ, ਅਸੀਂ ਖਰਚ ਦਿੰਦੇ ਹਾਂ। ਇਹ ਹਿਸਾਬ ਕਿਤਾਬ ਅੱਜ ਕਿਉਂ ਮੰਗਣ ਲੱਗੇ ਨੇ? ਇਹ ਮੋਦੀ ਸਾਹਿਬ ਨੂੰ ਪੁੱਛੋ ਕਿ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਇੱਥੇ, 10 ਸਾਲ ਅਕਾਲੀਆਂ ਸਰਕਾਰ ਰਹੀ, ਮੈਨੂੰ ਦੱਸ ਦਿਓ ਕਿਸੇ ਇੱਕ ਵਾਰ ਵੀ ਅਕਾਲੀਆਂ ਤੋਂ ਇਹਨਾਂ ਨੇ ਹਿਸਾਬ ਕਿਤਾਬ ਪਹਿਲਾਂ ਮੰਗਿਆ ਹੋਵੇ ਜਾਂ ਉਹਨਾਂ ਦਿੱਤਾ ਹੋਵੇ। ਇਹ ਸਾਡੇ ਨਾਲ ਕਿਉਂ? ਮੈਂ ਤਾਂ ਹੀ ਕਹਿ ਰਹੀ ਹਾਂ ਕਿ ਸਾਡਾ ਵਿਤਕਰਾ ਸਪੈਸ਼ਲ ਕਰ ਰਿਹਾ ਮਤੇਈ ਮਾਂ ਵਾਲਾ। ਮੇਰਾ ਆਖਰੀ ਸਵਾਲ, ਪੰਜਾਬ ਦੇ ਗੰਭੀਰ ਮਸਲਿਆਂ ਨੂੰ ਲੈ ਕੇ ਵਿਰੋਧੀ ਹਮੇਸ਼ਾ ਸਵਾਲ ਚੁੱਕਦੇ ਰਹੇ। ਪੰਜਾਬ ਦੇ ਗੰਭੀਰ ਮਸਲਿਆਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਪੈਰਵਾਈ ਨਹੀਂ ਕੀਤੀ ਕੋਰਟ ਦੇ ਵਿੱਚ, ਚਾਹੇ ਉਹ SYL ਦਾ ਮਸਲਾ ਹੋਵੇ, ਚਾਹੇ ਬਰਗਾੜੀ ਕੇਸ ਦਾ ਮਸਲਾ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੋਵੇ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ। ਕੈਪਟਨ ਅਮਰਿੰਦਰ ਦੀ ਸਰਕਾਰ, ਕੈਪਟਨ CM ਮੁੱਖ ਮੰਤਰੀ ਸਰਕਾਰ ਕਿਤੇ ਨਾ ਕਿਤੇ ਭੱਜਦੀ ਆਈ ਹੈ ਇਸ ਮਸਲਿਆਂ ਉੱਪਰ, ਤੇ ਪੈਰਵਾਈ ਨਹੀਂ ਕੋਰਟ ਦੇ ਵਿੱਚ ਕਰਦੀ। ਮੈਂ ਤਾਂ ਹੈਰਾਨ ਹਾਂ ਜੇ ਕੋਈ ਇਹ ਸਵਾਲ ਚੱਕਦਾ ਹੈ। ਜਿਹੜਾ ਪਾਣੀਆਂ ਦਾ ਮਾਮਲਾ, ਜਿੰਨਾ ਕੇਸ ਚੱਕ ਕੇ ਸਟੈਂਡ ਲੈ ਕੇ ਪੰਜਾਬ ਦੀ ਸਾਡੀ 2002 ਤੋਂ 2007 ਤੱਕ ਦੀ ਸਰਕਾਰ ਸੀ,
ਅਸੀਂ ਲਿਆ ਕੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਉਸ ਵਕਤ ਆਪਦਾ ਰੱਦ ਕਰਕੇ ਪਾਸ ਕਰਕੇ ਪਾਣੀ ਦਾ ਫੈਸਲਾ ਅੱਜ ਤੱਕ ਤਾਂ ਹੀ ਲਮਕ ਰਿਹਾ ਹੈ ਕਿ ਕਾਂਗਰਸ ਸਰਕਾਰ ਨੇ ਕੋਈ ਸਟੈਪ ਚੱਕਿਆ ਸੀ। ਅਕਾਲੀ ਦਲ ਚੱਕ ਸਕਿਆ ਕੋਈ, ਬੀਜੇਪੀ ਚੱਕ ਸਕੀ ਕੋਈ, ਦੂਜੀ ਕੋਈ ਪਾਰਟੀ ਚੱਕ ਸਕੀ? ਅਸੀਂ ਚੱਕਿਆ। ਪਾਣੀ ਜੇ ਬਚਿਆ ਤਾਂ ਅਸੀਂ ਬਚਾਇਆ। ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਵੱਡੀਆਂ ਗੱਲਾਂ ਹੈ ਕਿਹਦੇ ਕੋਲ ਚੱਕੀ ਅਸੀਂ? ਆ ਮੋਦੀ ਸਾਹਿਬ ਕੋਲੇ, ਜਿਹੜੇ ਸਾਡੀ ਜੈਨੂਨ ਗੱਲ ਸੁਣਨ ਲਈ ਤਿਆਰ ਨੇ। ਅਸੀਂ ਤਾਂ ਹਰ ਥਾਂ ਤੇ ਕਹਿੰਦੇ ਹਾਂ ਕਿ ਸਾਨੂੰ ਤੁਸੀਂ ਆਪਣਾ ਕਿਉਂ ਨਹੀਂ ਇਨਸਾਫ ਦਿੰਦੇ, ਅਸੀਂ ਤਾਂ ਮੰਗਦੇ ਹਾਂ। ਅਸੀਂ ਤਾਂ ਕਹਿੰਦੇ ਹਾਂ ਕਿ ਠੀਕ ਹੈ, ਬਹੁਤ ਅੱਛਾ ਕੀਤਾ ਤੁਸੀਂ, ਜਿਹੜੀਆਂ ਪਹਾੜੀ ਸਟੇਟ ਹੈ ਉਹਨਾਂ ਨੂੰ ਤੁਸੀਂ ਫਾਇਦੇ ਦਿੱਤੇ ਹੈ, ਇੰਡਸਟਰੀਆਂ ਵਾਸਤੇ ਰੇਤਾਂ ਦਿੱਤੀਆਂ, ਦਿਓ, ਬਹੁਤ ਚੰਗੀ ਗੱਲ ਹੈ, ਉਹਨਾਂ ਦੀ ਮਾੜੀ ਗੱਲ ਨਹੀਂ ਮੈਂ ਕਹਿੰਦੀ। ਲੇਕਿਨ ਪੰਜਾਬ ਨੂੰ ਕਿਉਂ ਭੁੱਲ ਗਏ? ਤਾਂ ਆਪ ਬਾਰਡਰ ਸਟੇਟ ਹੈ, ਸਾਡੀ ਉਹ ਗੱਲ ਪੂਰੀ ਕੀਤੀ ਇਹਨਾਂ ਨੇ। ਇਸ ਕਰਕੇ ਚਾਹੇ ਪਾਣੀ ਦਾ ਮਾਮਲਾ ਹੋਵੇ, ਚਾਹੇ ਪੰਜਾਬੀ ਬੋਲਦੇ ਹਲਕਿਆਂ ਦਾ ਮਾਮਲਾ ਹੋਵੇ, ਚਾਹੇ ਚੰਡੀਗੜ੍ਹ ਦਾ ਮਾਮਲਾ ਹੋਵੇ, ਹਰ ਥਾਂ ਤੇ ਕਾਂਗਰਸ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ। ਚਾਹੇ ਸਾਡੀ ਆਪਣੀ ਕਿਤੇ ਸਰਕਾਰ ਹੋਵੇ ਜਾਂ ਇਹਨਾਂ ਦੀ ਸਰਕਾਰ ਹੋਵੇ, ਲੇਕਿਨ ਸਾਨੂੰ ਇਹ ਪਤਾ ਹੈ ਕਿ ਅਸੀਂ ਆਪਣਿਆਂ ਦੇ ਵੇਲੇ ਤਾਂ ਕਰ ਲਿਆ ਪਾਣੀ ਦਾ ਮਾਮਲਾ, ਤੇ ਮੋਦੀ ਸਾਹਿਬ ਨੇ ਤਾਂ ਜਿਵੇਂ ਕਹਿੰਦੇ ਸਹੁੰ ਖਾਧੀ ਹੋਈ ਹੈ ਜਾ ਕੇ ਕਿ ਮੈਂ ਨਾ ਮੰਨੂ, ਮੈਂ ਮੰਨਣੀ ਨਹੀਂ ਕੋਈ ਗੱਲ ਸਾਡੀ ਪੰਜਾਬ ਦੀ। ਤੇ ਅਸੀਂ ਕਿਹਦੇ ਮੂਹਰੇ ਕਹਿੰਦੇ ਨਾ ਬੀਨ ਵਜਾਓ, ਜੇ ਕੋਈ ਬੀਨ ਸੁਣੇ ਆ ਕੇ, ਕਿਹਦੇ ਮੂਹਰੇ? ਮੋਦੀ ਸਾਹਿਬ ਮੂਹਰੇ ਬੀਨ ਵਜਾਈਏ। ਲੇਕਿਨ ਅੱਜ ਜੇ ਸਭ ਤੋਂ ਵੱਧ ਕੋਈ ਪ੍ਰੋਟੈਕਸ਼ਨ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਹੈ, ਤਕੜਾ ਰੱਖ ਸਕਦਾ ਹੈ, ਆਰਥਿਕਲੀ ਤੇ ਲਿਆ ਸਕਦਾ ਹੈ, ਵਿਕਾਸ ਕਰ ਸਕਦਾ ਹੈ, ਸ਼ਾਂਤਮਈ ਰੱਖ ਸਕਦਾ ਹੈ, ਤਾਂ ਉਹ ਸਿਰਫ ਕਾਂਗਰਸ ਪਾਰਟੀ ਦਾ ਰਾਜ ਹੀ ਰੱਖ ਸਕਦਾ ਹੈ। ਆਖਰੀ ਸਵਾਲ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਚਰਚਾ ਚੱਲ ਰਹੀ ਹੈ, ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਕੋਈ ਮਿਲ ਸਕਦਾ ਹੈ। ਬੀਬੀ ਰਜਿੰਦਰ ਕੌਰ ਭੱਠਲ ਕੀ ਸਮਝਦੇ ਆ ਕਿ ਮਿਲਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ 'ਚ ਵੱਡਾ ਅਹੁਦਾ, ਪ੍ਰਧਾਨ ਥਾਪਿਆ ਜਾ ਸਕਦਾ, ਕੈਬਨਿਟ ਦਾ ਰੈਂਕ ਦਿੱਤਾ ਜਾ ਸਕਦਾ? ਕੀ ਸਮਝਦੇ ਬੀਬੀ ਰਜਿੰਦਰ ਕੌਰ ਭੱਠਲ? ਦੇਖੋ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕਰਦੇ ਹੋ, ਉਹ ਇੱਕ ਕਾਂਗਰਸੀ ਪਰਿਵਾਰ ਦੇ ਵਿੱਚੋਂ ਆਇਆ ਹੈ। ਉਹਨਾਂ ਦੇ ਪਿਤਾ ਜੀ ਸਾਡੇ ਕਾਂਗਰਸ ਦੇ ਪਟਿਆਲਾ ਦੇ ਪ੍ਰਧਾਨ ਰਹੇ ਸੀਗੇ, ਉਹਨਾਂ ਦੇ ਮਾਤਾ ਜੀ ਵੀ ਇਲੈਕਸ਼ਨ ਲੜੇ ਸੀ ਉਸ ਥਾਂ ਤੇ ਉਹ ਇੱਕ ਅੱਛਾ ਪਾਪੂਲਰ ਯੰਗ ਲੀਡਰ ਹੈਗਾ, ਤੇ ਮੈਂ ਸਮਝਦੀ ਹਾਂ ਕਿ ਬੇਦਾਗ ਇਨਸਾਨ ਹੈ, ਚੰਗਾ ਇਨਸਾਨ ਹੈ, ਤੇ ਕਾਂਗਰਸ ਪਾਰਟੀ ਉਹਦੇ ਤੇ ਪੂਰਾ ਮਾਣ ਕਰਦੀ ਹੈ। ਕੈਪਟਨ ਸਾਹਿਬ ਨੇ ਵੀ ਉਹਨੂੰ ਹਮੇਸ਼ਾ ਬੁਲਾਉਂਦੇ ਆ, ਮੁਲਾਕਾਤਾਂ ਹੁੰਦੀਆਂ, ਸਾਡੀ ਹਾਈ ਕਮਾਂਡ ਵੀ ਬੁਲਾਉਂਦੀ ਹੈ। ਤੇ ਇਹ ਲੇਕਿਨ ਫੈਸਲਾ ਵੱਡਾ ਉਹਦਾ ਦੇਣਾ, ਕਦੋਂ ਦੇਣਾ, ਕਿਵੇਂ ਦੇਣਾ, ਕਿਹੜਾ ਦੇਣਾ, ਇਹ ਜਿਹੜਾ ਫੈਸਲਾ ਹੈ ਇਹ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ। ਇਹ ਅਕਾਲੀ ਦਲ ਤਾਂ ਹੈ ਨਹੀਂ ਕਿ ਗੀਜੇ ਚੋਂ ਕੱਢ ਕੇ ਖੇਮਕਰਨ ਦੀ ਟਿਕਟ ਵੰਡਤੀ, ਗੀਜੇ ਚੋਂ ਕੱਢ ਕੇ ਆਪਦੀ ਟਿਕਟ ਅਨਾਉਂਸ ਕਰਤੀ। ਇਹ ਕੋਈ ਰੀਜਨਲ ਪਾਰਟੀ ਤਾਂ ਹੈ ਨਹੀਂ, ਜਾਂ ਚਾਹੇ ਹੋਰ ਕਈ ਅਕਾਲੀ ਦਲ ਚੋਂ ਵੱਟੀਆਂ ਬ੍ਰਾਂਚਾਂ ਨੇ, ਉਹ ਸਿੰਗਲ ਮੈਨ ਪਾਰਟੀਆਂ ਨੇ ਜਿਹੜੀਆਂ ਨੇ ਖਾਣ ਪੀਣ ਨੂੰ ਸਾਰੇ ਇਕੱਠੇ ਸੀ, ਤੇ ਅੱਜ ਸੋਚਦੇ ਆ ਕਿ ਲੋਕਾਂ ਨੂੰ ਅਸੀਂ ਗੁੰਮਰਾਹ ਕਰਕੇ ਇਹਨਾਂ ਤੋਂ ਮਾੜਾ ਹੋਇਆ। ਤੁਸੀਂ ਕਈ ਨਾਂ ਲਏ ਸੀ, ਚਾਹੇ ਬਰਗਾੜੀ ਦਾ ਲਿਆ ਸੀ, ਚਾਹੇ ਕਿਸੇ ਦਾ ਲਿਆ ਸੀਗਾ, ਉਹ ਸਾਰੀਆਂ 'ਚ ਸਾਰੇ ਅਕਾਲੀ ਦਲ ਜਿਹੜੇ ਅੱਜ ਅੱਡ ਹੋਏ ਫਿਰਦੇ ਆ, ਚਾਹੇ ਉਹ ਡੈਮੋਕ੍ਰੇਟਿਕ ਹੈ, ਢੀਂਡਸਾ ਸਾਹਿਬ ਦੀ ਪਾਰਟੀ, ਚਾਹੇ ਉਹ ਕਿਸੇ ਹੋਰ ਦੀ ਪਾਰਟੀ ਹੈ, ਇਹ ਸਾਰੇ ਖਾਣ ਪੀਣ ਨੂੰ ਇਕੱਠੇ ਸੀ, ਵਿੱਚ ਬੈਠ ਕੇ ਰਾਜ ਕਰਦੇ ਰਹੇ। ਜਦੋਂ ਇਹ ਕੁਛ ਹੁੰਦਾ ਰਿਹਾ, ਇਹਨਾਂ ਸਾਰਿਆਂ ਨੇ ਪੁੱਛਿਆ ਨਹੀਂ, ਬਾਤ ਨਹੀਂ ਪੁੱਛੀ। ਜਦੋਂ ਦੇਖ ਲਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਹਰਾਤਾ, ਫਿਰ ਇਹ ਕਹਿੰਦੇ ਜੀ ਸੱਤ ਪਾਰਟੀਆਂ ਬਣਾ ਲਈਆਂ, 4 ਸਾਲ ਖਾਈ ਪੀ ਕੇ ਵੱਖਰੀਆਂ ਬਣਾ ਲਈਆਂ। ਇਸ ਕਰਕੇ ਜਿਹੜੀ ਸਾਡੀ ਪਾਰਟੀ ਹੈ ਉਹ ਨੈਸ਼ਨਲ ਪਾਰਟੀ ਹੈ, ਉਹਨਾਂ ਦੇ ਫੈਸਲੇ ਦੇ ਅਹੁਦੇ ਦੇਣ ਦੇ ਸਾਡੇ ਸਟੇਟ ਲੀਡਰਸ਼ਿਪ ਕੋਲ ਕੋਈ ਪਾਵਰ ਨਹੀਂ ਹੁੰਦੀ, ਉਹ ਸਾਡੀ ਨੈਸ਼ਨਲ ਪਾਰਟੀ ਨੇ ਕਰਨਾ ਹੈ। ਤੇ ਮੈਨੂੰ ਲੱਗਦਾ ਕਿ ਜ਼ਰੂਰ ਕੋਈ ਜ਼ਿੰਮੇਵਾਰੀ ਜੋ ਸੁਣਦੇ ਹੈਗੇ ਆ, ਪੜ੍ਹਦੇ ਹਾਂ, ਦੇਖਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚੋਂ ਨਜ਼ਰ ਆਉਂਦਾ ਕਿ ਜ਼ਰੂਰ ਨੌਜਵਾਨ ਲੀਡਰ ਹੈ, ਇਹਦੇ 'ਤੇ ਕੋਈ ਜ਼ਿੰਮੇਵਾਰੀ ਸ਼ਾਇਦ ਛੇਤੀ ਸਾਡੀ ਪਾਰਟੀ ਹਾਈ ਕਮਾਂਡ ਵਾਲੀ ਪਾਉਣ ਵਾਸਤੇ ਸੋਚਣਗੇ। ਪਰ ਕੀ ਕਰਨਾ ਹੈ? ਵਿਦ ਦਾ ਕੰਸਲਟੇਸ਼ਨ ਆਫ ਦਾ ਸਟੇਟ ਚੀਫ ਮਿਨਿਸਟਰ, ਵਿਦ ਦਾ ਕੰਸਲਟੇਸ਼ਨ ਆਫ ਦਾ ਸਟੇਟ ਇੰਚਾਰਜ ਜਨਰਲ ਸੈਕਟਰੀ, ਵਿਦ ਦਾ ਕੰਸਲਟੇਸ਼ਨ ਆਫ ਸਟੇਟ ਪ੍ਰੈਜ਼ੀਡੈਂਟ, ਸਾਰੇ ਹੋਰ ਲੀਡਰ ਨਾਲ ਸਲਾਹ ਕਰਨ ਤੋਂ ਬਾਅਦ ਉਹ ਵਿਚਾਰ ਕਰਕੇ ਕਰਨਗੇ। ਜੋ ਕਰਨਗੇ ਉਹ ਬਿਲਕੁਲ ਠੀਕ ਹੋਣਗੇ, ਸਭ ਨੂੰ ਪ੍ਰਮਾਣਿਤ ਹੋਊਗਾ। ਇਹ ਸਨ ਬੀਬੀ ਰਜਿੰਦਰ ਕੌਰ ਭੱਠਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਜਿਨ੍ਹਾਂ ਨੇ ਕਿਹਾ ਕਿ 80 ਤੋਂ 90% ਵਾਅਦੇ ਪੰਜਾਬ ਦੇ ਲੋਕਾਂ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ 'ਚ ਆਈ ਸੀ ਆਉਣ ਤੋਂ ਪਹਿਲਾਂ ਕੀਤੇ ਸੀ, ਉਹ ਪੂਰੇ ਹੋ ਚੁੱਕੇ। ਕਈ ਵਿਭਾਗਾਂ ਦੇ 50%, ਕਈ ਵਿਭਾਗਾਂ ਦੇ 60%, ਤੇ ਹੌਲੀ ਹੌਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ 1 ਸਾਲ ਜੋ ਪਿਆ, ਸਾਰੇ ਵਾਅਦੇ ਲਗਭਗ ਪੰਜਾਬ ਦੇ ਲੋਕਾਂ ਨਾਲ ਪੂਰੇ ਕਰਨਗੇ। ਕੈਮਰਾ ਪਰਸਨ ਵਿਪਨ ਮਹਿਰਾ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।